ਇਹਨਾਂ ਨੇ 100-150 ਆਪਣੇ ਮੁੜੇ ਲੈ ਕੇ ਨਾਲ ਉਹ ਵੀਡੀਓ ਮੌਜੂਦ ਹੈ। ਗੰਨਾ ਤੋੜਿਆਂ 'ਚ ਪਾ ਕੇ ਨਾਲ ਉਹ ਲੈ ਕੇ ਆਏ ਨੇ। ਉਹਨਾਂ ਕਿਹਾ ਇਹਨੂੰ ਮਾਰਨਾ ਵੀ ਹੈ। ਮੇਰੇ ਬਲਾਕ ਤੋੜੇ ਨੇ। ਬਲਾਕ ਤੋੜਨ ਤੋਂ ਬਾਅਦ ਨਾਅਰੇ ਮਾਰਦੇ ਗਏ ਨੇ। ਉਹ ਟਿਕਟਾਕ ਵੀ ਮੌਜੂਦ ਹੈ, ਵੀਡੀਓ ਮੌਜੂਦ ਹੈ, ਉਹ ਮੈਂ ਤੁਹਾਨੂੰ ਸ਼ੇਅਰ ਕਰ ਦੇਣਾ। ਉਸ ਤੋਂ ਇਲਾਵਾ ਜਿਹੜਾ ਉਹਨੇ ਨਾ ਵਕੂਆ ਕੀਤਾ ਉਹ ਵੀ ਮੇਰੇ ਤੇ ਝੂਠੀ FIR ਦਰਜ कराई है। अस्सलाम वालेकुम नाज़रीन, गुलियाना की मारूफ शख्सियत डॉक्टर चौधरी मोहम्मद अब्बास पर होने वाले कातलाना हमले के बाद गुलियाना और ज़िला गुजरात की फ़ज़ा इंतहाई गम गुस्सा और अफसरदा है, जिसकी वजह से तमाम तर लोग गम गुस्सा के अंदर भी हैं और वो इस कैफियत में मुब्तला हैं कि वो कौन से ऐसे अफराद हैं जिन्होंने डॉक्टर चौधरी मोहम्मद अब्बास के ऊपर कातलाना हमला किया। FIR के मुताबिक जो मुल्ज़मान नामजद किए गए हैं उन लोगों ने आज प्रेस कॉन्फ्रेंस का इनेकाद किया। देखते हैं कि वो प्रेस कॉन्फ्रेंस में अपना क्या मौक़िफ़ देखते हैं। चंद दिन पहला जो वकूआ होया डॉक्टर अब्बास साहब वाला ਜਿਹੜਾ ਸਾਡੇ ਤੇ ਉਹਨਾਂ ਨੇ FIR ਕਟਾਈ ਹੈ, ਉਹਦੇ 'ਚ ਮੇਰਾ ਕੋਈ ਅਮਲ ਦਖਲ ਨਹੀਂ ਹੈ। ਮੇਰਾ ਉਹਨਾਂ ਦਾ ਜ਼ਮੀਨ ਦਾ ਤਨਾਜ਼ਾ ਜ਼ਰੂਰ ਹੈ। ਮੇਰੀ ਜ਼ਮੀਨ ਤੇ ਉਹ ਕਾਬਜ਼ ਨੇ। ਉਹਨਾਂ ਨੂੰ ਪਰਿਆ ਤੌਰ ਤੇ ਵੀ ਕਿਹਾ, ਵੈਸੇ ਵੀ ਕਿਹਾ। ਉਹ ਮੇਰੇ ਕੋਲ ਵੀਡੀਓ ਮੌਜੂਦ ਹੈ। ਹਰ ਗੱਲ ਉਹਨਾਂ ਨਾਲ ਕੋਸ਼ਿਸ਼ ਕੀਤੀ ਹੈ ਕਿ ਅੱਛੇ ਤਰੀਕੇ ਨਾਲ ਬਹਿ ਕੇ ਮੁੱਕ ਜੇ। ਲੇਕਿਨ ਉਹਨਾਂ ਦਾ ਲੜਕਾ ਜਿਹੜਾ ਚੌਧਰੀ ਮੋਹਸਨ, ਉਹਨੇ ਕਿਹਾ ਜਨਾਬ ਮਾਰਾਂਗੇ ਵੀ ਤੈਨੂੰ, ਜ਼ਮੀਨ ਵੀ ਲਾਂ ਦੇ ਤੇ ਕੁਝ ਹੁੰਦਾ ਕਰਨ ਤੂੰ ਕਰ ਲੈ। ਉਹਦੇ ਬਾਵਜੂਦ ਬਾਉਲਿਆ ਸਾਹਿਬ ਨੂੰ ਬਾਰ-ਬਾਰ ਫੋਨ ਕਰਦਾ ਰਿਹਾ। ਡਾਕਟਰ ਆਪਣੇ ਬਾਉਲਿਆ ਸਾਹਿਬ, ਇਹ ਅੱਛੀ ਗੱਲ ਨਹੀਂ ਹੈ ਕਿ ਮੇਰੇ ਨਾਲ ਤੁਸੀਂ ਇਸ ਤਰ੍ਹਾਂ ਦਾ ਰਵੱਈਆ ਅਖਤਿਆਰ ਕਰੋ। ਜ਼ਮੀਨ ਇੱਥੇ ਰਹਿਣੀ ਹੈ, ਮਾਮਲਾਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਨੇ। ਉਹਦੇ ਬਾਵਜੂਦ ਇਹ ਫਿਰ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਹੈ, ਮੇਰੇ ਤੇ FIR ਝੂਠੀ ਕਟਾਈ ਹੈ। ਫਿਰ ਮੈਨੂੰ ਪੈਗਾਮ ਮਿਲਿਆ ਮੌਲਵੀ ਆਬਾ ਸਾਹਿਬ ਦਾ ਕਿ ਭੰਡੀ ਅੱਛੀ ਚੀਜ਼ ਨਹੀਂ ਹੈ। ਮੈਂ ਕਿਹਾ ਚਲੋ ਇਹ ਤੇ ਬਹੁਤ ਅੱਛੀ ਗੱਲ ਹੈ, ਭੰਡੀ ਤੋਂ ਬਚਣਾ ਚਾਹੀਦਾ। ਮੈਂ ਜਨਾਬ ਕਦੇ ਕੋਟਲਾ ਡੇਰੇ ਮੌਲਵੀ ਆਬਾ ਡੇਰੇ ਗਿਆ ਹੀ ਨਹੀਂ। ਮੈਂ ਇਸ ਗੱਲ ਨੂੰ ਮੁਕਾਉਣ ਵਾਸਤੇ, ਭੰਡੀ ਤੋਂ ਬਚਣ ਵਾਸਤੇ ਮੈਂ ਕਿਹਾ ਚਲੋ ਅੱਛੀ ਗੱਲ ਹੈ, ਕੋਈ ਬੰਦਾ ਕਿਸੇ ਨੇ ਅੱਛੀ ਸਲਾਹ ਦਿੱਤੀ, ਅੱਛਾ ਮਸ਼ਵਰਾ ਦਿੱਤਾ ਹੈ, ਉਹਨੂੰ ਮੰਨਣਾ ਚਾਹੀਦਾ। ਗਏ ਉੱਥੇ 4-5 ਮਹੀਨੇ ਸਾਡੀ ਗੱਲਬਾਤ ਚੱਲਦੀ ਰਹੀ ਹੈ। ਪਟਵਾਰੀ ਆਪਣਾ ਰਿਕਾਰਡ ਸ਼ਾਹ ਸਾਰਾ ਚੈੱਕ ਕਰਦੇ ਰਹੇ ਨੇ। ਉਹਦੇ ਦੌਰਾਨ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਹੈ, ਮੇਰੇ ਤੇ ਝੂਠੀ FIR ਕਟਾਈ ਹੈ। ਮੈਂ ਉਹਦੀ ਸਫਾਈ ਦਿੱਤੀ ਹੈ। ਮੈਂ ਕਿਹਾ ਮੈਂ ਆਪਣਾ ਨਿਆਂ ਦੇਣਾ, ਹਰ ਕਿਸਮ ਦਾ ਮੈਂ ਤਸੱਲੀ ਦੇਣਾ। ਲੇਕਿਨ ਉਹਦੇ ਬਾਵਜੂਦ ਇਹਨਾਂ ਦੀ ਹੁਕੂਮਤ ਸੀ, ਮੇਰੇ ਦੇ ਨਾਲ ਪਰਚਾ ਕਟਾਇਆ। ਮੈਂ ਉਹ ਤਰੀਕਾਂ ਭੁਗਤ ਰਿਹਾ ਅਦਾਲਤ ਵਿੱਚ। ਉੱਥੋਂ ਮੈਨੂੰ ਬੜੀ ਮਾਯੂਸੀ ਹੋਈ ਹੈ। ਉਸ ਤੋਂ ਬਾਅਦ ਫਿਰ ਮੇਰੀ ਇੱਕ ਦੁਆਰ ਬਣੀ ਸੀ, ਬਲਾਕ ਲੱਗੇ। ਇਹਨਾਂ ਨੇ 100-150 ਆਪਣੇ ਮੁੜੇ ਲੈ ਕੇ ਨਾਲ ਉਹ ਵੀਡੀਓ ਮੌਜੂਦ ਹੈ। ਗੰਨਾ ਤੋੜਿਆਂ 'ਚ ਪਾ ਕੇ ਨਾਲ ਉਹ ਲੈ ਕੇ ਆਏ ਨੇ। ਉਹਨਾਂ ਕਿਹਾ ਇਹਨੂੰ ਮਾਰਨਾ ਵੀ ਹੈ। ਮੇਰੇ ਬਲਾਕ ਤੋੜੇ ਨੇ। ਬਲਾਕ ਤੋੜਨ ਤੋਂ ਬਾਅਦ ਨਾਅਰੇ ਮਾਰਦੇ ਗਏ ਨੇ। ਉਹ ਟਿਕਟਾਕ ਵੀ ਮੌਜੂਦ ਹੈ, ਵੀਡੀਓ ਮੌਜੂਦ ਹੈ, ਉਹ ਮੈਂ ਤੁਹਾਨੂੰ ਸ਼ੇਅਰ ਕਰ ਦੇਣਾ। ਉਸ ਤੋਂ ਇਲਾਵਾ ਜਿਹੜਾ ਉਹਨੇ ਨਾ ਵਕੂਆ ਕੀਤਾ ਉਹ ਵੀ ਮੇਰੇ ਤੇ ਝੂਠੀ FIR ਦਰਜ ਕਰਾਈ ਹੈ। ਮੈਂ ਅਜੇ ਮੇਰੇ ਤੇ FIR ਜਾਂ ਦਰਖਾਸਤ ਕੱਟਣੀ ਨਹੀਂ ਹੋਈ। ਮੇਰੇ ਘਰ ਪੁਲਿਸ ਆਈ ਹੈ, ਮੇਰੀ ਘਰ ਫੈਮਿਲੀ ਸੀ। ਉਹਨਾਂ ਨੂੰ ਬੜਾ ਪ੍ਰੈਸ਼ਰਾਈਜ਼ ਕੀਤਾ ਗਿਆ। ਮੇਰਾ ਦਰਵਾਜ਼ੇ ਭੰਨੇ ਗਏ ਨੇ। ਦਰਵਾਜ਼ੇ ਭੰਨ ਕੇ, ਦਰਵਾਜ਼ੇ ਭੰਨਣ ਤੋਂ ਉਹਨਾਂ ਕਿਹਾ ਭੰਨੋ, ਭੰਨ ਦਿਆਂਗੇ ਨਹੀਂ ਤੇ ਦਰਵਾਜ਼ਾ ਖੋਲੋ। ਬੱਚੇ ਸੀ ਛੋਟੇ, ਫੈਮਿਲੀ, ਉਹਨਾਂ ਨੇ ਦਰਵਾਜ਼ਾ ਖੋਲ ਦਿੱਤਾ। ਅੰਦਰ ਆ ਕੇ ਉਹਨਾਂ ਬੜੀ ਧਮਕੀ ਲਾਈ ਹੈ। ਛੋਟੇ ਬੱਚੇ ਸੀ ਨਾਲ। ਉਹਨਾਂ ਕਿਹਾ ਅਗਰ ਰਾਸ਼ਦ ਨਾ ਆਇਆ, ਪੇਸ਼ ਨਾ ਹੋਇਆ ਤੇ ਅਸੀਂ ਨਾਲ ਤੁਹਾਨੂੰ ਜਿਹੜਾ ਨਾ ਚੁੱਕ ਕੇ ਲੈ ਜਾਣਾ ਹੈ। ਉਹਦੇ ਬਾਵਜੂਦ ਮੇਰੇ ਡੇਰੇ ਗਏ ਨੇ। ਮੇਰਾ ਮਾਲ ਵੇਸ਼ੀ ਉੱਥੇ, ਮੇਰੇ 4 ਮੁਲਾਜ਼ਮ ਇਹਨਾਂ ਨੇ। ਜਿੰਨੇ ਦਿਨ ਸਾਡੀ ਪੂਰੀ ਜ਼ਮਾਨਤ ਨਹੀਂ ਹੋਈ, ਮੇਰੇ ਮੁਲਾਜ਼ਮਾਂ ਨੂੰ ਵਿੱਚ ਛੋਟੇ ਬੱਚੇ ਸੀ। ਇੱਕ 12 ਸਾਲ ਦਾ, ਇੱਕ ਮੇਰੇ ਕਜ਼ਨ ਦਾ ਬੱਚਾ ਸੀ 12-13 ਸਾਲ ਦਾ। ਇੱਕ ਉਹਨੂੰ ਨਾਲ ਪੂਰਾ 4 ਦਿਨ ਉੱਥੇ ਰੱਖਿਆ ਬਗੈਰ ਦਰਖਾਸਤ ਤੋਂ, ਬਗੈਰ ਕਿਸੇ ਵਜ੍ਹਾ ਤੋਂ। ਮੇਰੇ ਨਾਲ ਇਹਨਾਂ ਨੇ ਬਹੁਤ ਸਖਤ ਜ਼ਿਆਦਤੀ ਕੀਤੀ ਹੈ। ਤੇ ਜਿਹੜਾ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ, ਕਿਉਂਕਿ ਮੈਂ ਇਹਨਾਂ ਕੋਲੇ ਬਾਰ-ਬਾਰ ਇਹਨਾਂ ਨੂੰ ਰਿਕੁਐਸਟ ਕਰਦਾ ਰਿਹਾ ਬਾਬੂ ਸਾਹਿਬ ਨੂੰ ਕਿ ਅਸੀਂ ਭੰਡੀ ਵਾਲੇ ਪੱਲੇ ਨਹੀਂ ਜਾਣਾ ਚਾਹੁੰਦੇ। ਅੱਛੇ ਤਰੀਕੇ ਨਾਲ ਬਹਿ ਕੇ ਮਾਮਲਾ ਅਸੀਂ ਤੈਅ ਕਰਨਾ ਚਾਹੁੰਦੇ ਹਾਂ। ਫਿਰ ਮੇਰੇ ਨਾਲ ਆਪਣੇ ਭਾਈ ਨੇ ਵੱਡੇ ਚੌਧਰੀ ਅਖਤਰ ਸਾਹਿਬ, ਅਸੀਂ ਥਾਣੇ ਗਏ ਹਾਂ। ਉੱਥੇ SHO ਦੇ ਸਾਹਮਣੇ ਜਿਹੜੀ ਗੱਲਬਾਤ ਹੋਈ ਹੈ, ਮੈਂ ਜਿਉਂ ਹੀ ਉੱਥੇ ਆਪਣੀ ਦਰਖਾਸਤ ਦਾਇਰ ਕੀਤੀ ਹੈ। ਉਹਨਾਂ ਕਿਹਾ ਜੀ ਆਪਣੀ ਦਰਖਾਸਤ ਮੈਂ ਕਿਹਾ ਇਹਦੇ ਤੇ ਸਰ ਕੋਈ ਅਮਲ ਦਖਲ? ਉਹਨਾਂ ਕਿਹਾ ਕੋਰਟ ਨਹੀਂ ਹੋਏਗਾ। ਮੈਨੂੰ ਬੜਾ ਗੁੱਸਾ ਲੱਗਾ। ਮੈਂ ਕਿਹਾ ਪਤਾ ਨਹੀਂ ਕੀ ਗੱਲ ਹੈ, ਲੇਕਿਨ ਨਹੀਂ ਬੋਲ ਸਕੇ। ਉਹਨਾਂ ਕਿਹਾ ਜੀ ਤੇਰੇ ਤੇ ਤੁੰਨ ਕੇ ਪਰਚਾ ਦੇ ਦੇਣਾ ਹੈ। ਮਸੀਂ ਨੂਨ ਲੀਗ ਦੀ ਖਾਮੋਸ਼ੀ ਤਿਆਰ ਕਰਕੇ ਵਾਪਸ ਆਏ ਆ। ਚੌਧਰੀ ਅਖਤਰ ਸਾਹਿਬ ਨੇ ਡਾਕਟਰ ਬਾਦ ਸਾਹਿਬ ਨਾਲ ਗੱਲ ਕੀਤੀ ਹੈ ਕਿ ਅਗਰ ਤੁਸੀਂ ਕਹੋ ਤਾਂ ਮੈਂ ਰਾਸ਼ਦ ਨਾਲ ਗੱਲ ਕਰਾਂ, ਅੱਛੇ ਤਰੀਕੇ ਨਾਲ ਬਹਿ ਕੇ ਤੁਹਾਡੇ ਮਾਮਲਾਤ ਤੈਅ ਕਰ ਲਈਏ। ਲੇਕਿਨ ਉਹਨਾਂ ਨੇ ਜਵਾਬ ਦਿੱਤਾ ਜੀ ਇਹ ਸੋਚੋ ਨਾ ਵੀ, ਇਸ ਤਰ੍ਹਾਂ ਨਹੀਂ ਕਰਨਾ। ਇਸ ਤਰ੍ਹਾਂ ਦੇ ਮਾਮਲਾਤ ਨੇ ਨਾ। ਤੇ ਮੈਂ ਪਿੰਡ ਦਾ ਅਮਨ ਨਹੀਂ ਖਰਾਬ ਕਰਨਾ ਚਾਹੁੰਦਾ। ਮੇਰਾ ਨਹੀਂ ਦਿਲ ਮੈਂ ਕੋਈ ਐਸੀ ਭੰਡੀ ਕਰਾਂ ਜਾਂ ਝਗੜਾ ਕਰਾਂ। ਇਹਦੇ ਬਚਣ ਵਾਸਤੇ ਸਾਰੇ ਮਾਮਲਾਤ ਮੈਂ ਬਾਰ-ਬਾਰ ਪਰਿਆ ਦੇ ਤੌਰ ਤੇ ਕੋਟਲੇ ਜਾਂਦਾ ਰਿਹਾ। ਹੋਰ ਕਿਸ ਸਾਥੀ ਨੇ ਉਹਨਾਂ ਨੂੰ ਵੀ ਕਹਿੰਦਾ ਰਿਹਾ ਭਈ ਇਹ ਕੰਮ ਜਿਹੜਾ ਨਾ ਇਹ ਅੱਛਾ ਨਹੀਂ ਹੈ। ਇਹ ਵਕੂਆ ਜਿਹੜਾ ਮੇਰੇ ਤੇ ਪਾ ਦਿੱਤਾ ਨੇ, ਇਹ ਨਾ ਬਿਲਕੁਲ ਝੂਠਾ ਵਕੂਆ ਪਾਇਆ ਨੇ।
ਇਹ ਸਿਰਫ ਮੇਰੇ ਜ਼ਮੀਨ ਤੇ ਉਹ ਕਾਬਜ਼ ਨੇ, ਉਹ ਜ਼ਮੀਨ ਨੂੰ ਮੈਨੂੰ ਨਾ ਦੇਣ ਵਾਸਤੇ ਉਹ ਮੇਰੇ ਤੇ ਝੂਠੀਆਂ FIRਾਂ ਕਟਾ ਰਹੇ ਨੇ, ਮੇਰੇ ਤੇ ਇਲਜ਼ਾਮ ਲਾ ਰਹੇ ਨੇ ਕਿ ਕਿਸੇ ਤਰੀਕੇ ਉਸ ਮਾਮਲੇ ਤੋਂ ਪਿੱਛੇ ਹਟ ਜੇ। ਤੁਹਾਡੇ ਭਾਈਆਂ ਦੇ ਜ਼ਰੀਏ ਮੈਂ ਪੈਗਾਮ ਪਹੁੰਚਾਉਣਾ ਚਾਹੁੰਦਾ DPO ਸਾਹਿਬ ਨੂੰ, DSP ਸਾਹਿਬ ਨੂੰ, ਆਪਣੇ ਵਜ਼ੀਰ ਆਲਾ ਪੰਜਾਬ ਸਾਹਿਬ ਨੂੰ ਕਿ ਸਾਨੂੰ ਇਨਸਾਫ ਚਾਹੀਦਾ ਹੈ। ਸਾਡੇ ਨਾਲ ਇਹ 2-3 ਦਫਾ ਜਿਹੜਾ ਨਾ ਬਹੁਤ ਜ਼ਿਆਦਤੀ ਕਰ ਰਹੇ ਨੇ, ਬਹੁਤ ਜ਼ਿਆਦਤੀ ਕੀਤੀ ਹੈ, ਬਲਕਿ ਸਾਡੀ ਕੋਈ FIR ਥਾਣੇ ਪਿੱਛੇ ਕੱਟਣ ਨਹੀਂ ਹੁੰਦੀ ਰਹੀ ਇਹਨਾਂ ਦੀ ਹਕੂਮਤ ਵਿੱਚ, ਉਲਟਾ ਮੈਨੂੰ ਦਬਾਇਆ ਜਾਂਦਾ ਰਿਹਾ। ਜਿਸ ਟਾਈਮ ਵੀ ਜਾਣਾ ਮੇਰੀ ਦਰਖਾਸਤਾਂ ਹੋਈਆਂ ਨੇ ਉਹਦੇ ਤੇ ਅਮਲ ਦਰਾਮਦ ਨਹੀਂ ਹੋਇਆ। ਤੇ ਮੇਰੀ ਇਹ ਪੁਰਜ਼ੋਰ ਅਪੀਲ ਹੈ ਕਿ ਮੈਨੂੰ ਇਨਸਾਫ ਚਾਹੀਦਾ ਤੇ ਇਨਸਾਫ ਦੇ ਤਲਬਗਾਰ हैं जनाब। जी हाँ नाजरीन, आपने चौधरी राशिद साहब का मौक़िफ़ सुना। उनका ये कहना है कि डॉक्टर चौधरी मोहम्मद अब्बास साहब मेरे लिए इंतहाई काबिल एहतराम है। मैं उनकी दिलो जान से इज़्ज़त करता हूँ, उनका एहतराम करता हूँ। उनके ऊपर होने वाले हमले में मेरा किसी किस्म का कोई तल्लुक़ नहीं है। जिस वक़्त ये वाक़या रूनमा हुआ उस वक़्त मैं अपने करीबी अजीज़ के पास मौजूद था। उन्होंने डॉक्टर मोहम्मद अब्बास चौधरी साहब के ऊपर होने वाले कातलाना हमले की शदीद अल्फाज में मजम्मत की। मामन रिपोर्टर अली अकबर के साथ फैसल शेख, HD न्यूज़, खारियाँ।